ਜੋ ਇਹ ਬਾਹਰਮੁਖੀ ਧਾਰਮਿਕ ਬਹੁਤ ਸਮੇਂ ਤੋਂ ਬਹੁਤ ਵੱਡੀ ਗਲਤੀ ਕਰ ਰਹੇ ਹਨ। ਕਈ ਮੈਨੂੰ ਸੁਣਨ ਵਾਲੇ ਵੀ ਸਰੋਤੇ ਉਹ ਹੀ ਗਲਤੀ ਦੁਹਰਾ ਰਹੇ ਹਨ। ਬਹੁਤ ਵਾਰਾਂ ਸੁਚੇਤ ਵੀ ਕੀਤਾ ਗਿਆ ਹੈ, ਕਿਹਾ ਵੀ ਗਿਆ ਹੈ, ਫਿਰ ਵੀ ਬਾਹਰਲਾ ਪ੍ਰਚਾਰ ਇੰਨਾ ਜ਼ਿਆਦਾ ਤੁਸੀਂ ਸੁਣਿਆ ਹੈ ਨਾ, ਉਹਦਾ ਅਸਰ ਹੋ ਗਿਆ ਹੈ ਮੈਨੂੰ ਲੱਗਦਾ। ਕੱਲ੍ਹ ਇੱਕ ਟੈਲੀਫੋਨ ਆਇਆ ਸੀ ਅਤੇ ਉਸ ਮਾਈ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਸੰਸਾਰ ਸੁਪਨਾ ਹੈ, ਝੂਠ ਹੈ, ਅਸੱਤ ਹੈ। ਤੁਸੀਂ ਭੀਖ ਮੰਗ ਰਹੇ ਹੋ ਸੰਸਾਰ ਵਿੱਚ। ਜੋ ਸ਼ਬਦ ਦੀ ਵਿਚਾਰ ਕੀਤੀ ਸੀ ਨਾ, ਨਰਪਤੇ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਅਤੇ ਮੈਂ ਜਿੰਨਾ ਸੋਚਦੀ ਹਾਂ ਵੀ ਅਸੀਂ ਭਿਖਾਰੀ ਹਾਂ, ਭੀਖ ਮੰਗ ਰਹੇ ਹਾਂ, ਮੈਨੂੰ ਦਿਖਾਈ ਵੀ ਦੇ ਰਿਹਾ ਹੈ, ਮੈਨੂੰ ਖਿਆਲ ਵਿੱਚ ਵੀ ਆ ਰਿਹਾ ਅਤੇ ਬੇਚੈਨੀ ਵੀ ਹੋ ਰਹੀ ਹੈ। ਡਰ ਵੀ ਬਹੁਤ ਲੱਗ ਰਿਹਾ ਹੈ ਕਿ ਸੱਚਮੁੱਚ ਹੀ ਝੂਠ ਹੈ, ਅਸੀਂ ਭੀਖ ਮੰਗ ਰਹੇ ਹਾਂ, ਝੂਠ ਦੇ ਵਿੱਚ ਖੜੇ ਹੋਏ, ਅਸੀਂ ਵੀ ਝੂਠੇ। ਤੋ ਵਿਚਾਰ ਕਰ ਰਹੀ ਹੈ ਤਾਂ ਬਹੁਤ ਡਰੀ ਹੋਈ ਸੀ ਅਤੇ ਉਹਨੇ ਟੈਲੀਫੋਨ ਕੀਤਾ ਅਤੇ ਮੈਂ ਉਹਨੂੰ ਕਿਹਾ ਵੀ ਵਿਚਾਰ ਨਹੀਂ ਕਰਨਾ ਹੈ, ਜੋ ਇਹ ਕਿਹਾ ਜਾ ਰਿਹਾ ਹੈ ਨਾ, ਇਹਨੂੰ ਸਮਝਣਾ ਹੈ। ਨਾ ਹੀ ਇਹਨਾਂ ਪੰਕਤੀਆਂ ਨੂੰ ਯਾਦ ਕਰਨਾ, ਨਾ ਹੀ ਇਹਨਾਂ ਪੰਕਤੀਆਂ ਦੀ ਵਿਚਾਰ ਕਰਨੀ। ਸਮਝਣਾ ਹੈ ਸਿਰਫ। ਅਗਰ ਤੁਸੀਂ ਸੰਸਾਰ ਨੂੰ ਝੂਠ ਹੈ, ਅਸੱਤ ਹੈ, ਮਿਥਿਆ ਹੈ, ਇਸ ਪੱਖ 'ਤੇ ਵਿਚਾਰ ਕਰੋਗੇ, ਫਿਰ ਵੀ ਜੁੜੋਗੇ ਤਾਂ ਸੰਸਾਰ ਨਾਲ ਹੀ ਨਾ। ਵੀ ਅਸੀਂ ਭੀਖ ਮੰਗ ਰਹੇ ਹਾਂ, ਇਹ ਝੂਠ ਹੈ, ਕਿੱਥੋਂ ਕਿੱਥੋਂ ਝੂਠ ਹੈ, ਕਿੱਥੋਂ ਕਿੱਥੋਂ ਸੱਤ ਹੈ। ਕਈ ਇਵੇਂ ਵਿਚਾਰ ਕਰਨਾ ਸ਼ੁਰੂ ਕਰ ਦਿੰਦੇ, ਫਿਰ ਵੀ ਉਹ ਸੰਸਾਰ ਨਾਲ ਹੀ ਜੁੜ ਰਹੇ ਹਨ। ਜਿਵੇਂ ਰਾਤ ਨੂੰ ਤੁਸੀਂ ਸੁਪਨੇ ਦਾ ਵਿਚਾਰ ਕਰੋ, ਸੁਪਨੇ 'ਚ ਹੀ, ਅਤੇ ਸੁਪਨੇ ਦੇ ਨਾਲ ਹੀ ਜੁੜੋਗੇ ਨਾ। ਇੱਦਾਂ ਹੀ ਸੰਸਾਰ ਦਾ ਵਿਚਾਰ ਕਰਕੇ ਵੀ ਅਗਰ ਝੂਠ ਹੈ, ਇਹੋ ਹੀ ਵਿਚਾਰ ਕਰੋਗੇ ਤਾਂ ਵੀ ਤੁਸੀਂ ਝੂਠ ਨਾਲ ਹੀ ਜੁੜੋਗੇ। ਅਤੇ ਝੂਠ ਨਾਲ ਜੁੜਨਾ ਨਹੀਂ ਹੈ, ਵਿਚਾਰ ਨਹੀਂ ਕਰਨੀ ਹੈ ਝੂਠ ਦੀ। ਝੂਠ ਨੂੰ ਸਿਰਫ ਜਾਣਨਾ ਹੈ, ਖਿਆਲ ਵਿੱਚ ਰੱਖਣਾ ਹੈ ਫਿਰ ਸਭ ਕੁਛ ਝੂਠ ਹੈ, ਸੱਤ ਇੱਥੇ ਕੁਛ ਵੀ ਨਹੀਂ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਮਿਥਿਆ ਹੈ, ਝੂਠ ਹੈ, ਸਿਰਫ ਖਿਆਲ ਰੱਖਣਾ ਹੈ। ਅਤੇ ਅਗਰ ਤੁਸੀਂ ਖਿਆਲ ਰੱਖਿਆ, ਝੂਠ ਨੂੰ ਸਿਰਫ ਦੇਖਣਾ ਹੈ, ਤਾਂ ਤੁਸੀਂ ਝੂਠ ਦੇ ਸਾਕਸ਼ੀ ਹੋ ਜਾਓਗੇ। ਝੂਠ ਦੀ ਵਿਚਾਰ ਕਰੋਗੇ ਤਾਂ ਵੀ ਝੂਠ ਦੇ ਨਾਲ ਜੁੜੋਗੇ। ਫਿਰ ਦੂਸਰੀ ਗਲਤੀ ਇਹ ਹੈ ਵੀ ਜੋ ਮੈਂ ਕਹਿ ਰਿਹਾ ਹਾਂ, ਇਹ ਕੋਈ ਕਥਾ ਨਹੀਂ ਹੈ ਕਰ ਰਿਹਾ ਮੈਂ, ਇਹ ਵਾਰ-ਵਾਰ ਕਹਿਣਾ ਹਾਂ, ਕਿਉਂਕਿ ਮੈਂ ਪ੍ਰਚਾਰਕ ਨਹੀਂ ਹਾਂ, ਮੈਂ ਅਰਥ ਸ਼ਾਸਤਰੀ ਨਹੀਂ ਹਾਂ, ਅਰਥ ਨਹੀਂ ਕਰ ਰਿਹਾ ਹਾਂ ਸ਼ਬਦਾਂ ਦੇ। ਕਈ ਇਉਂ ਹੀ ਸੁਣਦੇ ਹਨ ਅਤੇ ਉਹ ਫਿਰ ਇਹਨਾਂ ਸ਼ਬਦਾਂ ਦੀ ਵਿਚਾਰ ਵਿੱਚ ਪੈ ਜਾਂਦੇ ਹਨ। ਇਹਨਾਂ ਸ਼ਬਦਾਂ ਦੀ ਵਿਚਾਰ ਨਹੀਂ ਕਰਨੀ ਹੈ। ਇਹੋ ਹੀ ਭੁੱਲ ਸਦੀਆਂ ਤੋਂ ਸਿੱਖ ਕਰ ਰਹੇ ਹਨ।
ਹੁਣ ਉੱਥੇ ਤੇ ਕੋਈ ਦੱਸਣ ਵਾਲਾ ਨਹੀਂ ਹੈ ਵੀ ਟੈਲੀਫੋਨ ਕਰਕੇ ਬਾਬੇ ਨਾਨਕ ਨੂੰ ਪੁੱਛ ਲੈਣ। ਉੱਥੇ ਤੇ ਆਪਣੀ ਮਰਜ਼ੀ ਕਰ ਰਹੇ ਹਨ ਸਾਰੇ। ਪਰ ਤੁਸੀਂ ਮੈਨੂੰ ਪੁੱਛਦੇ ਹੋ, ਇਹੋ ਹੀ ਫਰਕ ਹੈ। ਹੁਣ ਬਾਬੇ ਨਾਨਕ ਨੇ ਵੀ ਇਹੋ ਹੀ ਕਿਹਾ ਹੋਵੇਗਾ, ਕਿਹਾ ਵੀ ਹੈ, ਲਿਖਿਆ ਵੀ ਹੈ ਅੰਦਰ ਵੀ ਪੜ੍ਹੀਏ ਨਾ ਹੀ ਬੂਝੀਏ ਪਾਵਨ। ਪੜ੍ਹਨਾ ਥੋੜ੍ਹੀ ਹੈ, ਨਾ ਹੀ ਵਿਚਾਰਨਾ ਹੈ। ਖਿਆਲ ਵਿੱਚ ਰੱਖੋ, ਕਿਉਂਕਿ ਵਿਚਾਰੋਗੇ ਤਾਂ ਵੀ ਤੁਸੀਂ ਵਿਚਾਰ ਦੇ ਤਲ 'ਤੇ ਹੀ ਉਲਝੇ ਰਹੋਗੇ। ਕਈ ਤਾਂ ਪੜ੍ਹੀ ਜਾਂਦੇ ਹਨ ਬੇਸਮਝ, ਪਾਠ ਕਰੀ ਜਾਂਦੇ ਹਨ। ਕਈ ਕਹਿੰਦੇ ਹਨ ਵਿਚਾਰਨਾ ਹੈ ਜੀ, ਉਹ ਵਿਚਾਰੀ ਜਾਂਦੇ ਹਨ। ਉਹ ਆਪਣੇ ਆਪ ਨੂੰ ਜ਼ਿਆਦਾ ਸਮਝਦਾਰ ਸਮਝਦੇ ਹਨ, ਗਿਆਨੀ ਬਣ ਜਾਂਦੇ ਹਨ, ਪੰਡਿਤ ਬਣ ਜਾਂਦੇ ਹਨ। ਤੋਂ ਵਿਚਾਰ ਦੇ ਤਲ 'ਤੇ ਉਲਝ ਜਾਂਦੇ ਹਨ ਅਤੇ ਜ਼ਿਆਦਾ ਸ਼ਬਦ ਅੰਦਰ ਭਰ ਰਹੇ ਹਨ, ਉਹਨਾਂ ਦੇ ਜ਼ਿਆਦਾ ਵਿਚਾਰਧਾਰਾ ਚੱਲ ਰਹੀ ਹੈ। ਐਸੇ ਲੋਕ ਜ਼ਿਆਦਾ ਵਿਕਸ਼ਿਪਤ ਹੋ ਰਹੇ ਹਨ ਅਤੇ ਦੂਸਰਿਆਂ ਨੂੰ ਵੀ ਕਰ ਰਹੇ ਹਨ। ਉਹ ਕਹਿੰਦੇ ਹਨ ਸੋਚੋ ਪਰਮਾਤਮਾ ਬਾਰੇ। ਅਤੇ ਇਹਨਾਂ ਸ਼ਬਦਾਂ ਦੀ ਵਿਚਾਰ ਥੋੜ੍ਹੀ ਕਰਨੀ ਹੈ। ਵਿਚਾਰ ਕਰਨ ਵਾਸਤੇ ਆਤਮ ਗਿਆਨੀ ਕਹਿੰਦਾ ਹੀ ਨਹੀਂ ਹੈ। ਉਹ ਤਾਂ ਕਹਿੰਦਾ ਹੈ ਸਮਝੋ, ਸਿਰਫ ਬੁੱਝਣਾ ਹੈ। ਨਾਨਕ ਹਉਮੈ ਜੇ ਬੁੱਝੈ, ਬੁੱਝਣਾ ਹੈ, ਸਿਰਫ ਸਮਝਣਾ ਹੈ। ਵਿਚਾਰ ਥੋੜ੍ਹੀ ਕਰਨੀ, ਨਾ ਹੀ ਪੜ੍ਹੀ ਜਾਣਾ ਹੈ। ਅਤੇ ਵਾਰ-ਵਾਰ ਧਾਰਮਿਕ ਲੋਕ ਉਹ ਗੱਲ ਕਰ ਰਹੇ ਹਨ ਅਤੇ ਬਹੁਤ ਸਾਰੇ ਬੇਸਮਝ ਲੱਗੇ ਵੀ ਹੋਏ ਹਨ ਪੜ੍ਹਨ ਪੜ੍ਹਾਉਣ ਦੇ ਵਿੱਚ। ਅਤੇ ਤੁਹਾਨੂੰ ਉਹੀ ਗੱਲ ਖਿਆਲ ਵਿੱਚ ਆ ਜਾਂਦੀ ਹੈ, ਤੁਸੀਂ ਵੀ ਵੈਸਾ ਹੀ ਕਰਨਾ ਸ਼ੁਰੂ ਕਰ ਦਿੰਦੇ ਹੋ, ਕਿਉਂਕਿ ਉਹਨਾਂ ਦੀ ਜ਼ਿਆਦਾ ਗਿਣਤੀ ਹੈ। ਖਿਆਲ ਵਿੱਚ ਰੱਖੋ, ਇਹ ਸ਼ਬਦ ਭਾਵੇਂ ਮੈਂ ਉਪਯੋਗ ਕਰਦਾ ਹਾਂ, ਇਹਨਾਂ 'ਤੇ ਵਿਚਾਰ ਕਰਦਾ ਹਾਂ, ਸਿਰਫ ਇਸ ਕਰਕੇ ਹੀ ਕਿ ਤੁਹਾਨੂੰ ਖਿਆਲ ਵਿੱਚ ਆ ਸਕੇ ਵੀ ਉਹਨਾਂ ਜਾਗਰਤ ਪੁਰਸ਼ਾਂ ਨੇ ਜੋ ਕਿਹਾ ਸੀ ਉਹ ਹੀ ਮੈਂ ਕਹਿ ਰਿਹਾ। ਅਤੇ ਇਹਨਾਂ ਸ਼ਬਦਾਂ ਦਾ ਸਹਾਰਾ ਲੈ ਲੈਣਾ। ਕਹਿਣ ਨੂੰ ਤਾਂ ਮੈਂ ਡਾਇਰੈਕਟ ਵੀ ਕਹਿ ਸਕਦਾ, ਕੋਈ ਔਖਾ ਕੰਮ ਨਹੀਂ, ਪਰ ਤੁਹਾਨੂੰ ਥੋੜ੍ਹੀ ਜਿਹੀ ਤਸੱਲੀ ਹੋ ਜਾਂਦੀ ਹੈ ਵੀ ਉਹਨਾਂ ਨੇ ਵੀ ਉਹੀ ਕਿਹਾ ਸੀ ਜੋ ਇਹ ਕਹਿ ਰਹੇ ਹਨ। ਬਾਬੇ ਨਾਨਕ ਨੇ ਵੀ ਉਹੀ ਕਿਹਾ ਸੀ। ਅਤੇ ਤੁਸੀਂ ਜ਼ਿਆਦਾ ਸਹਾਇਤਾ ਦੇ ਨਾਲ ਸੁਣ ਲੈਂਦੇ ਹੋ ਵੀ ਇਹ ਇਕੱਲੇ ਨਹੀਂ ਕਹਿ ਰਹੇ ਹਨ, ਪਿੱਛੇ ਵੀ ਜਾਗਰਤ ਪੁਰਸ਼ਾਂ ਨੇ ਇਹੋ ਹੀ ਕਿਹਾ ਸੀ। ਅਤੇ ਇਸ ਕਰਕੇ ਉਹ ਸਹਾਰਾ ਲਿਆ ਜਾਂਦਾ ਹੈ ਜਾਗਰਤ ਪੁਰਸ਼ਾਂ ਦੇ ਉਪਦੇਸ਼ਾਂ ਦਾ। ਪਰ ਯਾਦ ਥੋੜ੍ਹੀ ਕਰਨਾ, ਇਹਨਾਂ ਨੂੰ ਕੰਠ ਥੋੜ੍ਹੀ ਕਰ ਲੈਣਾ ਹੈ, ਸਿਰਫ ਸਮਝਣਾ ਹੈ। ਇਹੋ ਹੀ ਫਰਕ ਹੈ ਨਾ। ਹੁਣ ਤੁਸੀਂ ਉਹ ਸਮਝੋ ਵੀ ਸਾਈਕਲ 2 ਪਹੀਆਂ 'ਤੇ ਚੱਲਦਾ ਹੈ, ਜਿਹਨੇ ਕਿਸੇ ਨੇ ਚਲਾਇਆ ਨਹੀਂ ਹੈ। ਅਗਰ ਉਹਦੇ ਕੋਲ ਬੈਠ ਕੇ ਸੋਚਦਾ ਰਹੇ, ਵਿਚਾਰਦਾ ਰਹੇ, ਤਾਂ ਚਲਾ ਨਹੀਂ ਸਕਦਾ, ਚਲਾ ਸਕਦਾ ਹੀ ਨਹੀਂ ਹੈ। ਜਿੰਨਾ ਮਰਜ਼ੀ ਕਿਤਾਬਾਂ ਪੜ੍ਹੀ ਜਾਵੇ, ਜਦੋਂ ਚੜ੍ਹੂਗਾ ਉਦੋਂ ਡਿੱਗੂਗਾ ਜ਼ਰੂਰ ਉਹ, ਕਿਉਂਕਿ ਬੈਲੈਂਸ ਚੜ੍ਹ ਕੇ ਉਹਨੂੰ ਚਲਾ ਕੇ ਹੀ ਪਤਾ ਲੱਗਦਾ ਹੈ ਕਿਵੇਂ ਰੱਖਣਾ। ਜਿਵੇਂ ਤਰਨ ਬਾਰੇ ਕੋਈ ਪੜ੍ਹਦਾ ਰਹੇ ਤਾਂ ਪੜ੍ਹ ਕੇ ਨਹੀਂ ਸਮਝ ਸਕਦਾ, ਨਾ ਹੀ ਕੋਈ ਬਾਹਰ ਉਹਨੂੰ ਅਗਰ ਸਮਝਾਉਣਾ ਚਾਹਵੇ ਪਾਣੀ ਤੋਂ ਬਾਹਰ, ਨਹੀਂ, ਪਾਣੀ 'ਚ ਲਿਜਾ ਕੇ ਹੀ ਉਹਨੂੰ ਦੱਸਿਆ ਜਾਂਦਾ ਹੈ ਵੀ ਤਰ, ਕਿਉਂਕਿ ਉੱਥੇ ਬੈਲੈਂਸ ਰੱਖਣਾ ਹੈ। ਅਤੇ ਜਦੋਂ ਤੁਸੀਂ ਸਾਈਕਲ ਚਲਾਓਗੇ ਤਾਂ ਤੁਹਾਨੂੰ ਬੈਲੈਂਸ ਕਰਨਾ ਆ ਜਾਵੇਗਾ, ਹੌਲੀ 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 ਹੌਲੀ। ਫਿਰ ਜਦੋਂ ਪੂਰਾ ਬੈਲੈਂਸ ਸੰਭਲ ਜਾਂਦਾ ਹੈ ਨਾ, ਆਦਮੀ ਹੱਥ ਛੱਡ ਕੇ ਵੀ ਸਾਈਕਲ ਚਲਾ ਲੈਂਦਾ ਹੈ, ਗੱਲਾਂ ਬਾਤਾਂ ਵੀ ਕਰਦਾ ਹੈ। ਫਿਰ ਬੈਲੈਂਸ ਨੂੰ ਧਿਆਨ ਵਿੱਚ ਰੱਖਣ ਦੀ ਵੀ ਨਹੀਂ ਲੋੜ ਪੈਂਦੀ। ਦੇਖਿਆ ਹੈ ਤੁਸੀਂ ਕਈ ਵਾਰ ਜਿਹੜੇ ਚਲਾਉਂਦੇ ਹਨ ਸਕੂਟਰ, ਮੋਟਰਸਾਈਕਲ ਵੀ 2 ਪਹੀਆਂ 'ਤੇ ਚੱਲਦੇ ਹਨ, ਤੁਹਾਨੂੰ ਖਿਆਲ ਹੀ ਨਹੀਂ ਹੁੰਦਾ ਵੀ ਇਹਦਾ ਬੈਲੈਂਸ ਰੱਖਣਾ ਹੈ। ਆਪਣੇ ਆਪ ਹੀ ਸਰੀਰ ਬੈਲੈਂਸ ਕਰਦਾ ਹੈ, ਕਿਉਂਕਿ ਉਹ ਜੋ ਅਨੁਭਵ ਹੈ ਨਾ, ਉਹ ਤੁਹਾਡੇ ਗਹਿਰੇ ਅੰਦਰ ਬੈਠ ਗਿਆ। ਹੁਣ ਉਸ ਅਨੁਭਵ ਦੀ ਵਿਚਾਰ ਕਰਨ ਦੀ ਲੋੜ ਨਹੀਂ ਪੈਂਦੀ,
ਤੁਸੀਂ ਸੋਚਦੇ ਨਹੀਂ ਹੋ ਵੀ ਇੱਦਾਂ ਬੈਲੈਂਸ ਕਰਨਾ ਹੈ, ਇੱਦਾਂ ਕਰਨਾ ਹੈ। ਕਈ ਵਾਰ ਤੁਹਾਨੂੰ ਖਿਆਲ ਵੀ ਨਹੀਂ ਹੁੰਦਾ ਵੀ ਤੁਸੀਂ ਚਲਾ ਰਹੇ ਹੋ, ਘਰ ਦੇ ਸਾਹਮਣੇ ਆਣ ਕੇ ਖਿਆਲ ਆਉਂਦਾ ਵੀ ਪਹੁੰਚ ਗਏ, ਕਿਤੇ ਹੋਰ ਹੀ ਵਿਚਾਰਾਂ 'ਚ ਉਲਝੇ ਰਹਿੰਦੇ ਹੋ ਜਾਂ ਟੈਲੀਫੋਨ ਸੁਣਦੇ ਰਹਿੰਦੇ ਹੋ। ਕਿਉਂਕਿ ਜਿਹੜੀ ਗੱਲ ਅਨੁਭਵ ਦੇ ਵਿੱਚ ਆ ਜਾਵੇ ਨਾ, ਸਮਝ ਵਿੱਚ ਆ ਜਾਵੇ, ਉਹਦੀ ਵਿਚਾਰ ਕਰਨ ਦੀ ਲੋੜ ਨਹੀਂ ਪੈਂਦੀ। ਸਮਝਣੀ ਹੈ ਸਿਰਫ, ਸਮਝ ਲਿਆ ਬੈਲੈਂਸ ਨੂੰ ਇੱਕ ਵਾਰ ਤੇ ਫਿਰ ਸਾਰੀ ਜ਼ਿੰਦਗੀ ਤੁਸੀਂ ਭੁੱਲਦੇ ਵੀ ਨਹੀਂ ਹੋ। ਨਾ ਹੀ ਸੋਚਣਾ ਪੈਂਦਾ ਹੈ, ਨਾ ਵਿਚਾਰਨਾ ਪੈਂਦਾ। ਉਹ ਤੁਹਾਡੇ ਜੀਵਨ ਦਾ ਅੰਗ ਬਣ ਗਿਆ। ਇਵੇਂ ਹੀ ਇਹ ਜੋ ਉਪਦੇਸ਼ ਹਨ ਨਾ, ਇਹਨਾਂ ਨੂੰ ਸਿਰਫ ਸਮਝਣਾ ਹੈ। ਗਹਿਰਾਈ ਦੇ ਤਲ 'ਤੇ ਤੁਸੀਂ ਜਦੋਂ ਸਮਝੋਗੇ ਨਾ, ਜਿਹਨੂੰ ਕਿਹਾ ਜਾ ਰਿਹਾ ਹੈ ਵੀ ਸੰਸਾਰ ਝੂਠ ਹੈ, ਅਸੱਤ ਹੈ, ਮਿਥਿਆ ਹੈ, ਕੂੜ ਹੈ, ਅਤੇ ਤੁਸੀਂ ਗਹਿਰਾਈ ਦੇ ਤਲ 'ਤੇ ਨੂੰ ਸਮਝੋਗੇ ਅਤੇ ਖਿਆਲ ਵਿੱਚ ਆਊਗਾ ਵੀ ਹੈ ਤੇ ਵਾਸਤਵਿਕ 'ਚ ਅਸੱਤ ਹੀ, ਝੂਠ ਹੀ ਹੈ। ਹੌਲੀ ਹੌਲੀ ਵੀ ਰੋਜ਼ ਤੇ ਮਿਟ ਰਿਹਾ ਹੈ। ਜਿਵੇਂ ਰਾਤ ਦਾ ਸੁਪਨਾ ਦੇਖਿਆ ਸਵੇਰੇ ਮਿਟ ਜਾਂਦਾ ਹੈ, ਜਾ ਰਿਹਾ ਸੀ, ਇੱਦਾਂ ਸੰਸਾਰ ਵੀ ਜਾ ਰਿਹਾ ਹੈ, ਮਿਟ ਰਿਹਾ ਹੈ, ਹਰ ਵਕਤ ਵਿਨਾਸ਼ਵਾਨ ਹੈ। ਕੱਲ੍ਹ ਦਾ ਦਿਨ ਚਲੇ ਗਿਆ, ਅੱਜ ਦਾ ਵੀ ਜਾ ਰਿਹਾ ਹੈ, ਬੀਤ ਰਿਹਾ ਹੈ, ਮਿਟ ਹੀ ਰਿਹਾ ਹੈ ਨਾ। ਸੁਪਨੇ ਦੀ ਨਿਆਈ ਪਿਛਲਾ ਤੁਸੀਂ ਖਿਆਲ ਕਰੋ, ਜੋ ਬੀਤ ਗਿਆ ਸਮਾਂ ਤੇ ਸੁਪਨਾ ਹੀ ਸੀ। ਤੇ ਹੁਣ ਜੋ ਦੇਖ ਰਹੇ ਵੀ ਸੁਪਨਾ ਹੋ ਹੀ ਰਿਹਾ ਨਾਲੋਂ ਨਾਲ, ਤੇ ਸੁਪਨੇ ਨੂੰ ਪਕੜਨਾ ਕਿਉਂ ਹੈ? ਸੁਪਨੇ ਨੂੰ ਦੇਖੋ। ਝੂਠ ਹੈ ਤੇ ਝੂਠ ਨੂੰ ਸਿਰਫ ਦੇਖਣਾ ਹੈ, ਸੋਚਣਾ ਨਹੀਂ ਝੂਠ ਬਾਰੇ। ਫਿਰ ਖਿਆਲ ਵਿੱਚ ਰੱਖਿਓ। ਇਹੋ ਹੀ ਧਾਰਮਿਕ ਲੋਕ ਭੁੱਲ ਕਰ ਲੈਂਦੇ ਹਨ। ਜਾਂ ਤੇ ਉਪਦੇਸ਼ ਨੂੰ ਵਿਚਾਰਨਾ ਸ਼ੁਰੂ ਕਰ ਦੇਣਗੇ, ਤੇ ਵਿਚਾਰ ਦੇ ਤਲ 'ਤੇ ਵੀ ਤੁਸੀਂ ਨਹੀਂ ਸਮਝ ਸਕਦੇ ਹੋ। ਨਹੀਂ, ਸਿਰਫ ਜਾਣਨਾ ਹੈ। ਇਹੋ ਹੀ ਤਾਂ ਮੈਂ ਕਹਿੰਦਾ ਹਾਂ ਵੀ ਅਗਰ ਤੁਸੀਂ ਧਿਆਨਪੂਰਵਕ ਭਾਵਨਾ ਦੇ ਨਾਲ ਗਹਿਰਾਈ ਨਾਲ ਸੁਣੋਗੇ ਨਾ, ਤੁਹਾਡੇ ਖਿਆਲ ਵਿੱਚ ਆਪਣੇ ਆਪ ਹੀ ਆਉਣਾ ਸ਼ੁਰੂ ਹੋ ਜਾਣਾ ਹੈ ਵੀ ਵਾਸਤਵਿਕ ਦੇ ਵਿੱਚ ਇਹ ਸੁਪਨਾ ਹੈ। ਅਤੇ ਸੁਪਨੇ ਦੀ ਫਿਰ ਵਿਚਾਰ ਕੀ ਕਰਨੀ, ਸੋਚਣਾ ਕਿਉਂ? ਸਿਰਫ ਖਿਆਲ ਰੱਖਣਾ ਹੈ ਸੁਪਨਾ ਹੈ। ਅਗਰ ਤੁਸੀਂ ਖਿਆਲ ਰੱਖਿਆ ਵੀ ਇਹ ਸੁਪਨਾ ਹੈ, ਇਹਦੇ ਨਾਲ ਨਹੀਂ ਜੁੜੋਗੇ, ਇਹਦੇ ਸਾਕਸ਼ੀ ਹੋ ਜਾਓਗੇ ਤੁਸੀਂ। ਇਹ ਸਾਕਸ਼ੀ ਹੋਣ ਦੀ ਵਿਧੀ ਹੈ ਅਤੇ ਬਹੁਤ ਹੀ ਸੁਖਾਲੀ ਹੈ। ਖਿਆਲ ਵਿੱਚ ਰੱਖੋ। ਇਹੋ ਮੈਂ ਕਹਿੰਦਾ ਹਾਂ ਨਾ, ਹਰ ਯੁੱਗ ਦਾ ਆਪਣਾ ਹੀ ਇੱਕ ਮਾਰਗ ਹੁੰਦਾ ਹੈ, ਅਤੇ ਇਸ ਯੁੱਗ ਦਾ ਬਹੁਤ ਹੀ ਸਹਿਜ ਇਹ ਇੱਕ ਮਾਰਗ ਹੈ। ਝੂਠ ਵੱਲੋਂ ਧਿਆਨ ਹਟਾਉਣਾ, ਝੂਠ ਨੂੰ ਝੂਠ ਦੀ ਤਰ੍ਹਾਂ ਦੇਖ ਲੈਣਾ। ਜਿਵੇਂ ਆਪਾਂ ਕੋਈ ਝੂਠੀ ਚੀਜ਼ ਨੂੰ ਦੇਖ ਰਹੇ ਹਾਂ, ਸਿਰਫ ਦੇਖ ਰਹੇ ਹਾਂ, ਝੂਠੀ ਹੈ, ਅਤੇ ਫਿਰ ਕੀ ਕਰਨਾ? ਝੂਠੀ ਦੇ ਨਾਲ ਜੁੜਨਾ ਵੀ ਕਿਉਂ ਜਦੋਂ ਹੈ ਹੀ ਝੂਠ? ਜਿਵੇਂ ਕੋਈ ਪਰਦੇ 'ਤੇ ਫਿਲਮ ਨਾਟਕ ਚੱਲਦਾ ਹੈ, ਉਹਨੂੰ ਇਸ ਢੰਗ ਨਾਲ ਦੇਖੋ ਵੀ ਝੂਠਾ ਹੈ ਵੀ ਝੂਠਾ ਹੀ। ਪਰਦੇ 'ਤੇ ਜੋ ਕੁਛ ਹੋ ਰਿਹਾ ਸੱਚ ਥੋੜ੍ਹੀ ਹੈ। ਫਿਲਮ ਦੇਖਦੇ ਹੋ ਤੁਸੀਂ, ਉਹ ਸੱਚ ਥੋੜ੍ਹੀ, ਝੂਠ ਹੀ ਹੈ ਨਾ। ਅਤੇ ਖਿਆਲ ਰੱਖੋ ਵੀ ਉਹ ਪਰਦੇ 'ਤੇ ਹੀ ਹੈ, ਨਾ ਕੋਈ ਮਰਦਾ, ਨਾ ਕੋਈ ਜੰਮਦਾ, ਨਾ ਲੜਾਈ ਹੋ ਰਹੀ ਹੈ, ਨਾ ਝਗੜਾ ਹੋ ਰਿਹਾ, ਕੁਛ ਵੀ ਨਹੀਂ ਹੋ ਰਿਹਾ। ਪਰਦਾ ਸਾਫ਼ ਹੈ, ਉੱਤੇ ਸਿਰਫ ਧੁੱਪ ਛਾਂ ਦਾ ਖੇਲ ਹੈ ਤੇ ਕੁਛ ਵੀ ਨਹੀਂ। ਅਗਰ ਤੁਸੀਂ ਦੇਖਦੇ ਰਹੋ, ਉਹਦੇ ਨਾਲ ਨਾ ਜੁੜੋ ਅਤੇ ਉਹਦੇ ਸਾਕਸ਼ੀ ਹੋਊਗੇ। ਇੱਦਾਂ ਹੀ ਸੰਸਾਰ ਦੇ ਚਿੱਤਰ ਚੱਲ ਰਹੇ ਹਨ। ਚਿੱਤਰ ਬਚਿੱਤਰ ਇਹ ਅਵਜੇਰਾ, ਛਾੜ ਚਿੱਤਰ ਚਿੱਤ ਰਾਖ ਚਿਤੇਰਾ। ਕਹਿੰਦਾ ਚਿੱਤਰਾਂ ਦੇ ਵਿੱਚ ਨਾ ਪਾਓ ਤੁਸੀਂ, ਇਹ ਚਿੱਤਰ 'ਤੇ ਉਲਝਣ ਦਾ ਕਾਰਨ ਹੀ ਹੈ। ਇਹ ਤਾਂ ਚੱਲ ਰਹੇ ਹਨ, ਤੁਸੀਂ ਇਹ ਚਿੱਤਰਾਂ ਦੇ ਨਾਲ ਜੁੜ ਰਹੇ ਹੋ ਅਤੇ ਦੁਖੀ ਸੁਖੀ ਹੋ ਰਹੇ ਹੋ। ਨਹੀਂ, ਸਿਰਫ ਚਿੱਤਰਾਂ ਨੂੰ ਦੇਖੋ, ਖਿਆਲ ਰੱਖੋ ਵੀ ਇਹ ਝੂਠਾ ਖੇਲ ਹੈ, ਇਹ ਚੱਲ ਰਿਹਾ ਹੈ। ਜਿਵੇਂ ਫਿਲਮ ਪਰਦੇ 'ਤੇ ਚੱਲ ਰਹੀ ਹੈ, ਇੱਦਾਂ ਹੀ ਸੱਤ ਦੇ ਪਰਦੇ 'ਤੇ ਝੂਠਾ ਨਾਟਕ ਚੱਲ ਰਿਹਾ ਹੈ। ਪਰਦਾ ਬਹੁਤ ਬੜਾ ਹੈ ਸੱਤ ਦਾ, ਨੀਲਾ ਆਕਾਸ਼। ਉਸ ਪਰਦੇ ਦੇ ਉੱਪਰ
ਇਹ ਅਸਤ ਦੀ ਫਿਲਮ ਚੱਲ ਰਹੀ ਹੈ। ਇਹ ਫਿਲਮ ਹੀ, ਨਾਟਕ ਹੀ, ਬਾਜੀਗਰ ਦਾ ਖੇਲ ਕਿਹਾ ਹੈ, ਡਰਾਮਾ ਚੱਲ ਰਿਹਾ ਹੈ। ਤੈਨੂੰ ਦੇਖੋ, ਸਿਰਫ ਇਹਦੇ ਨਾਲ ਨਾ ਜੁੜੋ। ਅਗਰ ਤੁਸੀਂ ਨਾਲ ਨਾ ਜੁੜੇ, ਸਿਰਫ ਦੇਖਦੇ ਹੀ ਰਹੇ, ਤੇ ਹੌਲੀ ਹੌਲੀ ਤੁਸੀਂ ਇਹਦੇ ਸਾਕਸ਼ੀ ਹੋ ਜਾਓਗੇ, ਤੇ ਤੁਹਾਨੂੰ ਪ੍ਰਤੀਤ ਹੋਣ ਲੱਗ ਜਾਊਗਾ ਵੀ ਇਹ ਨਾਟਕ ਹੀ ਹੈ ਵਾਕਿਆ 'ਚ। ਫਿਰ ਜੁੜੋਗੇ ਨਾ ਤੁਸੀਂ, ਤੇ ਦੁੱਖ ਸੁੱਖ ਵੀ ਤੁਹਾਨੂੰ ਘੱਟ ਹੋਊਗਾ। ਫਿਰ ਤੁਸੀਂ ਕਹੋਗੇ ਨਾਟਕ ਹੀ ਹੈ ਇੱਥੇ, ਤੇ ਫਿਰ ਕੀ ਦੁਖੀ ਹੋਣਾ ਹੈ, ਕੀ ਸੁਖੀ ਹੋਣਾ, ਕੌਣ ਆਪਣਾ ਹੈ, ਕੌਣ ਪਰਾਇਆ ਹੈ, ਕੌਣ ਚੰਗਾ ਹੈ, ਕੌਣ ਮਾੜਾ ਹੈ। ਨਾਟਕ ਹੀ ਹੈ, ਨਾਟਕ ਦੇ ਪਾਤਰ ਹਨ ਸਭ। ਅਤੇ ਜਿਵੇਂ ਜਿਵੇਂ ਨਾਟਕ ਲਿਖਿਆ ਹੋਇਆ ਹੈ, ਤਿਵੇਂ ਤਿਵੇਂ ਆਪਣਾ ਆਪਣਾ ਅਭਿਨੈ ਕਰ ਰਹੇ ਹਨ। ਇਹਦੇ ਵਿੱਚ ਕੱਢਣ ਪਾਉਣ ਨੂੰ ਤਾਂ ਕੁਛ ਵੀ ਨਹੀਂ ਹੈ। ਅਤੇ ਆਦਮੀ ਫਿਰ ਨਾਟਕ ਤੋਂ ਪਾਸੇ ਹਟਦਾ ਜਾਂਦਾ ਹੈ, ਨਾਟਕ ਦਾ ਦ੍ਰਿਸ਼ਟਾ ਹੋ ਜਾਂਦਾ ਹੈ, ਸਾਕਸ਼ੀ ਹੋ ਜਾਂਦਾ। ਇੱਦਾਂ ਪਹਿਲਾਂ ਸੰਸਾਰ ਦੇ ਸਾਕਸ਼ੀ ਹੋਣਾ ਹੈ, ਫਿਰ ਸਰੀਰ ਦੇ ਸਾਕਸ਼ੀ ਹੋ ਜਾਂਦਾ ਹੈ ਆਦਮੀ, ਫਿਰ ਮਨ ਦਾ ਵੀ ਸਾਕਸ਼ੀ ਹੋ ਜਾਂਦਾ ਹੈ। ਹੌਲੀ ਹੌਲੀ ਪਿੱਛੇ ਹਟਦਾ ਜਾਂਦਾ ਹੈ। ਪਹਿਲਾਂ ਬਾਹਰ ਦੇ ਸਾਕਸ਼ੀ ਹੋਣਾ, ਬਾਹਰ ਨੂੰ ਝੂਠ ਜਾਣਨਾ ਹੈ। ਇਹੋ ਹੀ ਤਾਂ ਮੈਂ ਵਾਰ-ਵਾਰ ਕਹਿ ਰਿਹਾ ਹਾਂ, ਤੁਹਾਡੇ ਗੱਲ ਸਮਝ ਵਿੱਚ ਹੀ ਨਹੀਂ ਆਉਂਦੀ। ਅਤੇ ਸੰਸਾਰ ਨੂੰ ਸਿਰਫ ਦੇਖੋ, ਝੂਠ ਹੈ, ਖਿਆਲ ਵਿੱਚ ਰੱਖੋ, ਇਹਦਾ ਵਿਚਾਰ ਵੀ ਨਾ ਕਰੋ, ਸੋਚੋ ਨਾ, ਵਿਚਾਰ ਦੇ ਨਾਲ ਨਾ ਜੁੜੋ। ਤੁਸੀਂ ਮੇਰੇ ਸ਼ਬਦਾਂ ਨੂੰ ਵੀ ਵਿਚਾਰੋ ਨਾ ਬਹੁਤਾ। ਅਗਰ ਜ਼ਿਆਦਾ ਵਿਚਾਰੋਗੇ ਤਾਂ ਵੀ ਉਲਝਣ 'ਚ ਪੈ ਜਾਓਗੇ, ਫਿਰ ਪੰਡਤ ਬਣ ਜਾਓਗੇ। ਇੱਦਾਂ ਹੀ ਤਾਂ ਪੰਡਤ ਕਰਦੇ ਹਨ, ਪ੍ਰਚਾਰਕ ਸ਼ਬਦਾਂ ਨੂੰ ਯਾਦ ਕਰੀ ਜਾਂਦੇ ਹਨ, ਅਤੇ ਸ਼ਬਦਾਂ ਦੇ ਜਾਲ ਦੇ ਵਿੱਚ ਪੈਂਦੇ ਜਾਂਦੇ ਹਨ। ਸ਼ਬਦ ਵੱਧਦੇ ਜਾਂਦੇ ਹਨ ਅੰਦਰ, ਸ਼ਬਦਾਂ ਦੇ ਨਾਲ ਜੁੜ ਜਾਂਦੇ ਹਨ। ਨਹੀਂ, ਵਿਚਾਰਨਾ ਵੀ ਨਹੀਂ, ਸੋਚਣਾ ਵੀ ਨਹੀਂ, ਸਿਰਫ ਦੇਖਣਾ ਹੈ। ਅਤੇ ਝੂਠੇ ਖੇਲ ਨੂੰ ਤੁਸੀਂ ਸਿਰਫ ਦੇਖਦੇ ਰਹੋ ਵੀ ਇਹ ਝੂਠ ਹੈ, ਖਿਆਲ ਰੱਖੋ, ਕਰਦੇ ਰਹੋ, ਸਭ ਕੁਛ ਖਿਆਲ ਵਿੱਚ ਰੱਖੋ, ਇਹਦੇ ਨਾਲ ਬਹੁਤਾ ਜੁੜੋ ਨਾ, ਬਸ ਦੇਖਦੇ ਰਹੋ। ਜਿਵੇਂ ਪਰਮ ਪੁਰਖ ਕਹਿੰਦੇ ਹਨ, ਦੇਖਣੇ ਆਇਓ ਜਬ ਤਮਾਸ਼ਾ, ਮੈਂ ਹੂੰ ਪਰਮ ਪੁਰਖ ਕੋ ਦਾਸ। ਉਹ ਤਮਾਸ਼ਾ ਦੇਖਦੇ ਸੀ, ਇਸ ਕਰਕੇ ਉਹ ਸੁੱਖ ਦੁੱਖ ਤੋਂ ਪਰੇ ਸਨ, ਮੁਕਤ ਸਨ।